Good morning students. Today I will discuss with you a new topic, difference between voidable contract and void agreement. As we know that the meaning of voidable contract means the contract which is voidable at the option of one party, not at the option of the other party. While void agreement means void ab initio, means void from beginning. ਮੀਨਸ ਕੀ ਹੈ, ਆਪਾਂ ਮੀਨਿੰਗ ਪੜ੍ਹ ਚੁੱਕੇ ਹਾਂ। ਵੋਇਡੇਬਲ ਕੰਟਰੈਕਟ, ਵੋਇਡ ਐਗਰੀਮੈਂਟ, ਵੈਲਿਡ, ਅਨਫੋਰਸੀਏਬਲ, ਇਲੀਗਲੀ ਸਾਰੀਆਂ ਟਾਈਪਸ ਆਪਾਂ ਕਰ ਚੁੱਕੇ ਹਾਂ ਪ੍ਰੀਵੀਅਸ ਲੈਕਚਰ ਦੇ ਵਿੱਚ। ਅਤੇ ਹੁਣ ਜੇ ਆਪਾਂ ਗੱਲ ਕਰੀਏ ਵੋਇਡੇਬਲ ਕੰਟਰੈਕਟ, ਤਾਂ ਆਪਾਂ ਨੂੰ ਪਤਾ ਵੋਇਡੇਬਲ ਕੰਟਰੈਕਟ ਕਿਹੜੇ ਕੰਟਰੈਕਟ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਪਾਰਟੀ ਦੀ ਇੰਟੈਂਸ਼ਨ ਹੁੰਦੀ ਹੈ ਫਰੋਡ ਕ੍ਰੀਏਟ ਕਰਨ ਦੀ, ਬਟ ਸੈਕਿੰਡ ਪਾਰਟੀ ਦੀ ਇੰਟੈਂਸ਼ਨ ਨਹੀਂ ਹੁੰਦੀ। ਬਟ ਜੋ ਵੋਇਡ ਐਗਰੀਮੈਂਟ ਹੁੰਦਾ ਉਹ ਦੋਨੋਂ ਪਾਰਟੀਜ਼ ਫਰੋਡ ਕਰ ਰਹੇ ਹੁੰਦੇ, ਕਿਉਂਕਿ ਇਹ ਵੋਇਡ ਵੀ ਇਸ਼ੂ ਹੈ। ਸ਼ੁਰੂ ਤੋਂ ਹੀ ਆਪਣਾ ਕੰਟਰੈਕਟ ਕੀ ਵੋਇਡ ਹੈ। ਜਿਵੇਂ ਜੇ ਆਪਾਂ ਮਾਈਨਰ ਦੇ ਨਾਲ ਕੰਟਰੈਕਟ ਕਰ ਰਹੇ ਤਾਂ ਆਪਾਂ ਨੂੰ ਪਤਾ ਉਹ 100% ਕੀ ਹੈ, ਵੋਇਡ ਹੈ, ਤਾਂ ਆਪਾਂ ਉਸਨੂੰ ਕੀ ਕਹਿ ਸਕਦੇ ਹਾਂ, ਵੋਇਡ ਐਗਰੀਮੈਂਟ ਕਹਿ ਸਕਦੇ ਹਾਂ। ਤਾਂ ਇਹਦੇ ਵਿੱਚ ਡਿਫਰੈਂਸ ਕੀ ਹੈ? First point, if void agreement has from the very beginning no legal effect, void agreement की है from the very beginning की है void, उसका कोई भी legal effect नहीं है। it is unforeseeable at law, unforeseeable, foreseeable की ਹੁੰਦੀ ਹੈ ਪਰਮਿਸ਼ਨ ਹੋਣਾ, ਅਨਫੋਰਸੀਏਬਲ ਕੀ ਹੁੰਦਾ ਹੈ ਵਿਦਾਊਟ ਪਰਮਿਸ਼ਨ। ਆਪਾਂ ਨੂੰ ਪਤਾ ਵੀ ਵੋਇਡ ਏਬ ਇਨੀਸ਼ੀਓ ਹੈ, ਜਿਵੇਂ ਮਾਈਨਰ ਨਾਲ ਕੰਟਰੈਕਟ ਹੈ, ਲਾਅ ਆਪਾਂ ਨੂੰ ਮਾਈਨਰ ਦੇ ਨਾਲ ਕੰਟਰੈਕਟ ਦੇ ਵਿੱਚ ਐਂਟਰ ਹੋਣ ਦੀ ਪਰਮਿਸ਼ਨ ਨਹੀਂ ਦਿੰਦਾ। A voidable contract is one which one of the parties may affirm or reject at his option. It is valid and unenforceable till it is repudiated or rescinded. Means ਕੀ ਹੈ, ਆਪਾਂ ਨੂੰ ਪਤਾ ਹੈ ਵੀ ਇੱਕ ਪਾਰਟੀ ਦੀ ਇੰਟੈਂਸ਼ਨ ਹੈ ਫਰੋਡ ਕ੍ਰੀਏਟ ਕਰਨ ਦੀ, ਸੈਕਿੰਡ ਪਾਰਟੀ ਦੀ ਇੰਟੈਂਸ਼ਨ ਤਾਂ ਨਹੀਂ ਇਹਦੇ ਵਿੱਚ। ਤਾਂ ਕੀ ਹੈ, ਇਹ ਵੈਲਿਡ ਉਦੋਂ ਤੱਕ ਹੈ ਜਦੋਂ ਤੱਕ ਇਹ ਕੀ ਨਹੀਂ ਹੋ ਜਾਂਦਾ, ਰੈਪੂਡੇਟਡ ਨਹੀਂ ਹੋ ਜਾਂਦਾ ਜਾਂ ਰਿਸਕਾਈਂਡਡ ਨਹੀਂ ਹੋ ਜਾਂਦਾ। ਰਿਸਕਾਈਂਡਡ ਮੀਨਸ ਕੀ ਹੈ, ਹੁਣ ਜਦੋਂ ਸੈਕਿੰਡ ਰਿਸਕਾਈਂਡਡ ਦਾ ਵਰਡ ਦਾ ਮਤਲਬ ਵੀ ਕੰਟਰੈਕਟ ਨੂੰ ਖਤਮ ਕਰ ਦੇਣਾ, ਡਿਸਚਾਰਜ ਕਰ ਦੇਣਾ। ਹੁਣ ਇਹ ਕੰਟਰੈਕਟ ਉਸ ਟਾਈਮ ਤੱਕ ਆਪਣਾ ਕੀ ਹੋਏਗਾ, ਕੈਰੀ ਆਨ ਰਹੇਗਾ ਜਦੋਂ ਤੱਕ ਸੈਕਿੰਡ ਪਾਰਟੀ ਨੂੰ ਜਿਹੜੀ ਫਸਟ ਪਾਰਟੀ ਦੀ ਇੰਟੈਂਸ਼ਨ ਪਤਾ ਨਹੀਂ ਲੱਗ ਜਾਂਦੀ। ਤਾਂ ਜਦੋਂ ਉਸਨੂੰ ਪਤਾ ਲੱਗ ਜਾਂਦਾ ਤਾਂ ਆਪਣੇ ਆਪ ਉਹ ਕੀ ਕਰ ਦਿੰਦਾ ਹੈ, ਕੰਟਰੈਕਟ ਨੂੰ ਡਿਸਚਾਰਜ ਕਰ ਦਿੰਦਾ, ਰੈਪੂਡੇਟ ਕਰ ਦਿੰਦਾ, ਰਿਸਕਾਈਂਡ ਕਰ ਦਿੰਦਾ, ਖਤਮ ਕਰ ਦਿੰਦਾ ਹੈ। ਠੀਕ ਹੈ, ਤਾਂ ਇਹ ਕੀ ਸੀ, ਇੱਕ ਫਸਟ ਡਿਫਰੈਂਸ ਸੀ। ਦੈਨ ਦਾ ਡਿਫੈਕਟ ਇਨ ਦਾ ਕੇਸ ਆਫ ਵੋਇਡੇਬਲ ਕੰਟਰੈਕਟ ਇਜ਼ ਕਿਊਰੇਬਲ ਐਂਡ ਮੇ ਬੀ ਕੰਡੋਨਡ, ਬਟ ਅ ਵੋਇਡ ਐਗਰੀਮੈਂਟ ਇਜ਼ ਵੋਇਡ ਇਫ ਇਨੀਸ਼ੀਅਲ ਇਟ ਇਜ਼ ਡਿਫੈਕਟਸ ਆਰ ਇਨਕਿਊਰੇਬਲ। ਹੁਣ ਕਿਊਰੇਬਲ ਐਂਡ ਇਨਕਿਊਰੇਬਲ ਕੀ ਹੁੰਦਾ? ਕਿਊਰੇਬਲ ਹੁੰਦਾ ਵੀ ਜਿਸ ਦਾ ਕਿਤੇ ਨਾ ਕਿਤੇ ਕੋਈ ਟਰੀਟਮੈਂਟ ਹੈਗਾ, ਕੰਟਰੈਕਟ ਦਾ ਇਲਾਜ ਹੈਗਾ, ਬਟ ਜੋ ਆਪਣਾ ਵੋਇਡ ਦਾ ਉਹ ਕੀ ਇਨਕਿਊਰੇਬਲ, ਉਹਦਾ ਕਿਤੇ ਵੀ ਇਲਾਜ ਨਹੀਂ, ਕਿਉਂਕਿ ਮਾਈਨਰ ਨਾਲ ਕੰਟਰੈਕਟ ਕਰਦੇ ਤਾਂ ਆਪਣਾ ਕੋਈ ਤੇ ਕੋਈ ਹੈ ਨਹੀਂ ਵੀ ਆਪਾਂ ਜਾ ਕੇ ਕੀ ਕਰ ਸਕਦੇ ਹਾਂ, ਕਲੇਮ ਕਰ ਸਕਦੇ ਉਸ ਦੇ ਅਗੇਂਸਟ, ਕਿਉਂਕਿ ਮਾਈਨਰ ਕੀ ਹੁੰਦਾ, ਫਰੀ ਹੁੰਦਾ ਹੈ। Then in the case of void agreement, even a third party cannot acquire any right from person claiming under such contract, while in the case of voidable contract, third party can acquire a valid title from a person claiming under such a contract. ਹੁਣ ਇਹਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਵੋਇਡ ਐਗਰੀਮੈਂਟ ਦੇ ਵਿੱਚ ਕੀ ਥਰਡ ਪਾਰਟੀ ਕਿਤੇ ਵੀ ਜਾ ਕੇ ਕੀ ਨਹੀਂ ਕਰ ਸਕਦੀ, ਕਲੇਮ ਨਹੀਂ ਕਰ ਸਕਦੀ, ਬਟ ਵੋਇਡੇਬਲ ਕੰਟਰੈਕਟ ਦੇ ਵਿੱਚ ਕਲੇਮ ਕਰ ਸਕਦੀ ਹੈ। ਵੋਇਡ ਐਗਰੀਮੈਂਟ ਦੇ ਵਿੱਚ ਕਿਉਂ ਨਹੀਂ ਕਰ ਸਕਦੀ? ਕਿਉਂਕਿ ਮਾਈਨਰ ਨਾਲ ਕੰਟਰੈਕਟ ਕੀਤਾ ਤਾਂ ਆਪਾਂ ਨੂੰ ਕੋਰਟ ਵੀ ਇਹੀ ਗੱਲ ਕਹਿ ਸਕਦੇ ਵੀ ਤੁਸੀਂ ਕੰਟਰੈਕਟ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਮਾਈਨਰ ਨਾਲ ਕੰਟਰੈਕਟ ਕਰ ਰਹੇ ਹੋ, ਇਹ ਗੱਲ ਤੁਸੀਂ ਸ਼ੋਰ ਨਹੀਂ ਹੋਏ ਤਾਂ ਕਿ ਤੁਹਾਡੀ ਰਿਸਪੋਂਸੀਬਿਲਿਟੀ ਹੈ, ਤਾਂ ਆਪਾਂ ਕੰਟਰੈਕਟ ਦੇ ਉਹਦੇ ਕੋਰਟ ਦੇ ਵਿੱਚ ਜਾ ਕੇ ਕਿਸੇ ਵੀ ਚੀਜ਼ ਦੀ ਆਪਾਂ ਕਲੇਮ ਵਗੈਰਾ ਦੀ ਡਿਮਾਂਡ ਨਹੀਂ ਕਰ ਸਕਦੇ। ਦੈਨ ਵੋਇਡ ਐਗਰੀਮੈਂਟ ਇਜ਼ ਅਨਫੋਰਸੀਏਬਲ, ਅਨਫੋਰਸੀਏਬਲ ਲਾਅ ਦੁਆਰਾ, ਬਟ ਉਹ ਕੀ ਸੀ, ਵੋਇਡੇਬਲ ਕੀ ਸੀ, ਫੋਰਸੀਏਬਲ ਸੀ ਜਦੋਂ ਆਪਾਂ ਐਂਟਰ ਹੋਏ ਸੀ, ਜਾਂ ਮੀਨਸ ਕੀ ਆਪਣੀ ਇੰਟੈਂਸ਼ਨ ਕੀ ਸੀ, ਇੱਕ ਪਾਰਟੀ ਤਾਂ ਹੈ ਨਹੀਂ ਸੀ, ਦੂਜੀ ਪਾਰਟੀ ਦੀ ਕੀ ਸੀ, ਇੰਟੈਂਸ਼ਨ ਸੀ ਕ੍ਰੀਏਟ ਕਰਨ ਦੀ। Then voidable contract does not affect the collateral transaction, but where the agreement is void on account of illegality of this act, the collateral transaction will also become void. Collateral ਕੀ ਹੁੰਦੀ ਹੈ, ਸਿਕਿਉਰਿਟੀ। ਜੇ ਆਪਣਾ ਕੰਟਰੈਕਟ ਹੀ void ਹੈ ਤਾਂ ਆਪਣੀ collateral ਕੀ ਹੈ, ਉਹ ਵੀ ਇੱਕ ਕੀ ਹੈ, void ਬਣ ਜਾਂਦੀ ਹੈ। ਤਾਂ ਇਹ ਆਪਣੇ ਪੁਆਇੰਟ ਸੀ ਡਿਫਰੈਂਸ ਦੇ voidable contract ਐਂਡ void agreement ਦੇ ਵਿੱਚ। ਦੈਨ ਆਪਾਂ ਕਰਦੇ ਹਾਂ ਡਿਫਰੈਂਸ ਬਿਟਵੀਨ illegal ਐਂਡ void ਐਗਰੀਮੈਂਟ। ਇਲੀਗਲ ਕੰਟਰੈਕਟਸ ਕਿਹੜੇ ਹੁੰਦੇ ਨੇ ਅਤੇ ਵੋਇਡ ਐਗਰੀਮੈਂਟ। ਹੁਣ ਆਪਾਂ ਵੋਇਡ ਐਗਰੀਮੈਂਟ ਦਾ ਮੀਨਿੰਗ ਵੀ ਦੱਸ ਚੁੱਕੇ, ਤੁਹਾਨੂੰ ਡਿਫਰੈਂਸ ਦੇ ਪੁਆਇੰਟਸ ਵੀ ਦੱਸ ਚੁੱਕੇ ਹਾਂ। ਹੁਣ ਵੋਇਡ ਐਗਰੀਮੈਂਟ ਪਤਾ ਲੱਗ ਚੁੱਕਿਆ ਵੀ ਵੋਇਡ ਏਬ ਇਨੀਸ਼ੀਓ, ਬਿਗਨਿੰਗ ਤੋਂ ਹੀ ਆਪਣਾ ਕੰਟਰੈਕਟ ਕਿਸੇ ਵੋਇਡਸ ਤੋਂ ਕੀ ਵੋਇਡ ਐਗਰੀਮੈਂਟ ਹੈ। ਬਟ ਇਲੀਗਲ ਕਿਹੜੇ ਹੁੰਦੇ ਨੇ? ਜਿਹੜੇ ਕਿਸੇ ਪਬਲਿਕ ਪੋਲਿਸੀ ਦੇ ਅਗੇਂਸਟ ਸੀ, ਲਾਅ ਦੇ ਦੁਆਰਾ ਕੀ ਸੀ, ਉਹ ਅਲਾਉਡ ਨਹੀਂ ਸੀ, ਡਿਸਅਲਾਉ ਕੀਤੇ ਹੋਏ ਸੀ, ਕਿਉਂਕਿ ਉਹ ਪਬਲਿਕ ਪੋਲਿਸੀ ਦੇ ਅਗੇਂਸਟ ਜਾ ਰਹੇ ਸੀ। Then first point, void agreement are broader in scope. Such agreements may be void for reason other than illegality. All illegal agreements are void. ਤਾਂ ਜੇ ਆਪਾਂ ਗੱਲ ਕਰੀਏ ਵੀ all void agreements are not illegal, but all ਈਲੀਗਲ ਐਗਰੀਮੈਂਟਸ ਆਰ ਵੋਇਡ। ਮੀਨਸ ਕੀ ਹੈ, ਜੇ ਆਪਾਂ ਮਾਈਨਰ ਦੇ ਨਾਲ ਕੰਟਰੈਕਟ ਕਰ ਰਹੇ ਹਾਂ ਤਾਂ ਆਪਾਂ ਉਹਨੂੰ ਵੋਇਡ ਐਗਰੀਮੈਂਟ ਜ਼ਰੂਰ ਕਹਿ ਸਕਦੇ, ਬਟ ਆਪਾਂ ਉਹਨੂੰ ਈਲੀਗਲ ਨਹੀਂ ਕਹਿ ਸਕਦੇ।
ਕਿਉਂਕਿ ਮਾਈਨਰ ਦਾ ਕੀ ਹੋਊਗੀ, ਕੋਈ ਪੇਰੈਂਟ ਹੋਏਗਾ ਜਿਹਨੂੰ ਥੋੜ੍ਹੀ ਬਹੁਤੀ ਸਪੋਰਟ ਕਰੇਗਾ, ਹੋ ਸਕਦਾ ਆਪਾਂ ਥੋੜ੍ਹੀ ਬਹੁਤੀ ਕੰਪਨਸੇਸ਼ਨ ਆਪਾਂ ਰਿਕਵਰ ਅਪ ਕਰ ਸਕੇ। ਤਾਂ ਕੀ ਪੁਆਇੰਟ ਕਹਿ ਸਕਦੇ ਆਪਾਂ ਕਿ ਆਲ ਇਲੀਗਲ ਅਗਰੀਮੈਂਟਸ ਆਰ ਵੋਇਡ ਬਟ ਆਲ ਵੋਇਡ ਅਗਰੀਮੈਂਟਸ ਆਰ ਨਾਟ illegal. Then parties to void agreement may not be punished but parties to an illegal agreement may be liable for punishment। ਕਿਉਂਕਿ illegal ਦੇ ਵਿੱਚ ਕੀ ਆਪਾਂ ਅਪੋਜ਼ ਟੂ ਪਬਲਿਕ ਪਾਲਿਸੀ ਜਾ ਰਹੇ ਤਾਂ ਪੁਨਿਸ਼ਮੈਂਟ ਤਾਂ ਮਿਲੇਗੀ ਕਿਸ ਕੰਟਰੈਕਟ ਦੇ ਵਿੱਚ, illegal ਦੇ ਵਿੱਚ। Transactions collateral to void agreement are enforceable by law। Transactions collateral to illegal agreements, these are tainted with illegality and hence become void because ex torpe causa non ਪ੍ਰੋਇਟੋ ਐਕਟ ਟੂ। ਇਹਦਾ ਮੀਨਸ ਕੀ ਹੈ, ਇਲੀਗਲ ਅਗਰੀਮੈਂਟਸ ਨੋ ਕਾਜ਼ ਆਫ ਐਕਸ਼ਨ ਅਰਾਈਜ਼ਸ। ਮੀਨਸ ਕੀ ਹੈ, ਮੀਨਸ ਕੀ ਹੈ, ਜੋ ਟ੍ਰਾਂਜੈਕਸ਼ਨਸ ਵਾਈਡ ਅਗਰੀਮੈਂਟਸ ਡਿਊਰਿੰਗ ਹੁੰਦੀਆਂ ਨੇ ਉਹ ਕੀ ਹੁੰਦੇ ਨੇ 50% ਪੋਸੀਬਿਲਿਟੀ ਹੋ ਸਕਦੇ ਇਨਫੋਰਸੇਬਲ ਬਾਈ ਲਾਅ ਹੁਣ, ਬਟ ਇਲੀਗਲ ਦੇ ਵਿੱਚ ਕੀ ਹੁੰਦੀਆਂ ਨੇ 100% ਹੀ ਕੀ ਹੁੰਦੀਆਂ ਨੇਗੀਆਂ ਉਹ ਵਿਦਆਊਟ ਫੋਰਸੇਬਿਲਟੀ। ਮੀਨਸ ਲਾਅ ਉਹਨਾਂ ਨੂੰ ਕੀ ਕਰ ਦਿੰਦਾ ਹੈ, ਡਿਸਅਲਾਓ ਕਰ ਦਿੰਦਾ ਕਿਉਂਕਿ ਉਹ ਅਪੋਜ਼ ਟੂ ਪਬਲਿਕ ਪੋਲਿਸੀ ਨੇ। ਤਾਂ ਇਹ ਕੀ ਸੀ ਆਪਣੇ ਡਿਫਰੈਂਸ ਸੀ ਵੋਇਡ ਕੰਟਰੈਕਟ ਦੇ ਵਿੱਚ, ਵੋਇਡੇਬਲ ਕੰਟਰੈਕਟ ਦੇ ਵਿੱਚ, ਇਲੀਗਲ ਕੰਟਰੈਕਟ ਐਂਡ ਵੋਇਡ ਐਗਰੀਮੈਂਟ ਦੇ ਵਿੱਚ। ਨੈਕਸਟ ਕਲਾਸ ਦੇ ਵਿੱਚ ਆਪਾਂ ਕਰਦੇ ਹਾਂ ਕੰਟਰੈਕਟਸ ਦੀ ਕਲਾਸੀਫਿਕੇਸ਼ਨ ਅਕੋਰਡਿੰਗ ਟੂ ਫੋਰਮੇਸ਼ਨ। ਥੈਂਕ